Hello students, welcome for the next video of the principles of human resource management. We are discussing our topic about the nature and the scope of human resource management. In this chapter, next topic is organizational design. ठीक है, मतलब कि ਜਿਹੜਾ ਹਿਊਮਨ ਰਿਸੋਰਸ ਡਿਪਾਰਟਮੈਂਟ ਹੈ HRM ਹੈ ਉਹਦਾ ਆਰਗੇਨਾਈਜੇਸ਼ਨ ਸਟਰਕਚਰ ਕੀ ਹੈ। ठीक है, ਇਹਦੇ ਲਈ ਇਹਨੂੰ टू इशूज़ मतलब ਇਹਦੇ ਵਿੱਚ टू इंपॉर्टेंट पॉइंट्स है ਜਿਹਦੇ बेस ਤੇ ਇਹਨੂੰ टू पार्ट्स ਦੇ ਵਿੱਚ डिवाइड ਕੀਤਾ ਗਿਆ। फर्स्ट इज place of the HR department in the overall organization setup and the composition of the HR department itself। ठीक है, मतलब दो इशूज़ ਦੇ बेस ਤੇ ਆਪਾਂ ਇਹਨੂੰ ਅਲੱਗ-ਅਲੱਗ डिवाइड ਕੀਤਾ कि अगर मतलब जगह हैगा HR डिपार्टमेंट है ओवरऑल ऑर्गेनाइजेशन सैटअप है कि पूरी ऑर्गेनाइजेशन ਦੇ ਵਿੱਚ ਇੱਕ HR डिपार्टमेंट ਦੇ ਨੂੰ ਕਿਵੇਂ ਅਸੀਂ ਡੀਲ ਕਰਦੇ ਹਾਂ। ऑल द मैनेजर्स आर इन अ सेंस HR मैनेजर्स। देखो अगर एक ऑर्गेनाइजेशन है ਉਹਦੇ ਵਿੱਚ ਕੋਈ ਸੈਪਰੇਟ ਡਿਪਾਰਟਮੈਂਟ ਨਹੀਂ ਸੈੱਟ ਕੀਤਾ ਗਿਆ, ਠੀਕ ਹੈ, ਤਾਂ ਉਹਦੇ ਵਿੱਚ ਜਿੰਨੇ ਵੀ ਮੈਨੇਜਰਸ ਹੁੰਦੇ ਆ ਉਹਨਾਂ ਨੂੰ HR ਮੈਨੇਜਰਸ ਹੀ ਮੰਨਿਆ ਜਾਂਦਾ ਹੈ ਬਿਕੋਜ਼ ਦੇ ਆਲ ਗੈਟ ਇਨਵੋਲਵਡ ਇਨ ਐਕਟੀਵਿਟੀਜ਼ ਲਾਈਕ ਦਾ, ਕਿਉਂਕਿ ਉਹੀ ਸਾਰੇ ਜਿਹੜੇ ਮੈਨੇਜਰਸ ਹੁੰਦੇ ਨੇ ਆਪਣੇ ਆਪਣੇ ਡਿਪਾਰਟਮੈਂਟ ਦੇ ਉਹ ਸਾਰੀਆਂ ਐਕਟੀਵਿਟੀਜ਼ 'ਚ ਪਾਰਟੀਸਪੇਟ ਕਰਦੇ, ਚਾਹੇ ਉਹ ਰਿਕਰੂਟਮੈਂਟ ਹੈ, ਇੰਟਰਵਿਊਜ਼ ਹੈ, ਸਿਲੈਕਸ਼ਨ ਹੈ ਜਾਂ ਟ੍ਰੇਨਿੰਗ ਹੈ। ਠੀਕ ਹੈ, ਯੈਟ most of the organization have the separate HR department with its own top manager। ਹੁਣ ਇਹਦੇ ਵਿੱਚ ਇਹ ਹੈ ਕਿ ਹਰ ਇੱਕ ਜਿਹੜੇ ਆਰਗੇਨਾਈਜੇਸ਼ਨ ਹੈ ਉਹਦੇ ਵਿੱਚ ਇੱਕ ਅਲੱਗ HR ਡਿਪਾਰਟਮੈਂਟ ਹੁੰਦਾ ਹੈ ਜਿਹਦਾ ਇੱਕ ਟੌਪ ਮੈਨੇਜਰ ਹੁੰਦਾ ਹੈ। ਠੀਕ ਹੈ, ਔਰ ਇਹ ਡਿਪੈਂਡ ਕਰਦਾ ਹੈ ਆਰਗੇਨਾਈਜੇਸ਼ਨਲ ਸਾਈਜ਼ ਦੇ ਉੱਪਰ। HR ਡਿਪਾਰਟਮੈਂਟ ਦਾ ਜਿਹੜਾ ਸਟਰਕਚਰ ਹੈ ਉਹ ਆਰਗੇਨਾਈਜੇਸ਼ਨ ਸਾਈਜ਼ ਦੇ ਉੱਤੇ ਡਿਪੈਂਡ ਕਰਦਾ ਹੈ। ਇਫ ਦਾ ਸਾਈਜ਼ ਆਫ ਦਾ ਆਰਗੇਨਾਈਜੇਸ਼ਨ ਇਜ਼ ਸਮॉल then is no separate department, तो ਇਹਦੇ 'ਚ ਕੋਈ separate department नहीं ਹੁੰਦਾ। ठीक है, to coordinate the human resource development functions। ठीक है, but अगर अपने कोल ਜਿਹੜਾ size है organization size is too big, ਫਿਰ ਉਹਦੇ ਲਈ ਇੱਕ ਅਲੱਗ department ਜਿਹੜਾ ਹੈ ਉਹ ਬਣਾਇਆ ਜਾਂਦਾ ਹੈ ਫॉर द HR ਹਿਊਮਨ ਰਿਸੋਰਸ ਮੈਨੇਜਮੈਂਟ। ਠੀਕ ਹੈ, ਤਾਂ ਇਹਦੇ ਉੱਤੇ ਇਨਫੈਕਟ ਦੇ ਮੇ ਨਾਟ ਬੀ ਪਰਸਨਲ ਔਰ HR ਮੈਨੇਜਰ ਐਟ ਆਲ। The line managers of the organization may carry out all the personnel duties। ਇਹ ਹੁੰਦਾ ਉਸ ਕੇਸ ਦੇ ਵਿੱਚ ਜਦੋਂ ਅਸੀਂ ਕੋਈ ਸੈਪਰੇਟ ਡਿਪਾਰਟਮੈਂਟ ਨਹੀਂ ਬਣਾਉਂਦੇ ਤਾਂ ਹਰ ਇੱਕ ਡਿਪਾਰਟਮੈਂਟ ਦੇ ਜਿਹੜੇ ਹੈਡਸ ਨੇ, ਲਾइन मैनेजर्स ने ਉਹੀ ਸਾਰੀਆਂ ਆਪਣੇ ਪਰਸਨਲ ਦੇ ਡਿਊਟੀਜ਼ ਪੂਰੀਆਂ ਕਰਦੇ ਨੇ। ਠੀਕ ਹੈ, ਅਗਰ ਜਿਵੇਂ ਆਰਗੇਨਾਈਜੇਸ਼ਨ ਦਾ ਸਾਈਜ਼ ਗਰੋ ਕਰਦਾ ਹੈ ਦੈਨ ਦ ਲਾइन ਮੈਨੇਜਰਸ ਨੀਡ ਟੂ ਅਸਿਸਟ ਸਪੈਸ਼ਲਾਈਜ਼ਡ ਨੌਲੇਜ। ਉਹਨਾਂ ਨੂੰ ਇੱਕ ਸਪੈਸ਼ਲਾਈਜ਼ਡ ਨੌਲੇਜ ਹੋਣੀ ਚਾਹੀਦੀ ਹੈ ਅਬਾਊਟ ਦ ਟੂ ਹਿਊਮਨ ਰਿਸੋਰਸਿਸ ਸਟਾਫ। ਠੀਕ ਹੈ, ਤਾਂ HR ਡਿਪਾਰਟਮੈਂਟ ਪ੍ਰੋਵਾਈਡ ਅ ਸਪੈਸ਼ਲਾਈਜ਼ਡ ਅਸਿਸਟੈਂਟ। ਤਾਂ ਹੁਣ ਇਹਦੇ ਲਈ 3 ਅਲੱਗ-ਅਲੱਗ ਫੰਕਸ਼ਨਸ ਨੇ। ਅਗਰ ਆਪਾਂ ਇਹਦੇ ਲਈ ਜਿਵੇਂ HR ਡਿਪਾਰਟਮੈਂਟ ਨੂੰ ਅਲੱਗ ਤੋਂ ਬਣਾਉਂਦੇ ਹੈ ਤਾਂ 3 ਫੰਕਸ਼ਨਸ ਜ਼ਰੂਰੀ ਹੁੰਦੇ ਹੈ। ਲਾਈਨ ਫੰਕਸ਼ਨ, ਕੋਆਰਡੀਨੇਟਿੰਗ ਫੰਕਸ਼ਨ, ਦੈਨ ਉਸ ਤੋਂ ਬਾਅਦ ਸਟਾਫ ਫੰਕਸ਼ਨ। ਫਸਟ ਇਜ਼ ਦ ਲਾਈਨ ਫੰਕਸ਼ਨ। लाइन मैनेजर इज वन। कौन होंगे लाइन मैनेजर? A line manager is the one who is authorized to direct the work to the subordinate and the responsible for accomplishing the organizational goal। कि लाइन मैनेजर वो होंगे जिहदे कोल अथॉरिटी होंदी है कि वो अपने सबॉर्डिनेट्स नूं इंस्ट्रक्ट करे, उन्हां दे काम नूं उन्हां नूं समझावे ते वो रिस्पॉन्सिबल होंदा है ऑर्गेनाइजेशन गोल्स नूं अचीव करन लई। और HR मैनेजर एक्सपर्ट द लाइन अथॉरिटी इन हिज ओन डिपार्टमेंट। ਜਿਹੜਾ ਹੁਣ HR ਮੈਨੇਜਰ ਹੁੰਦਾ ਹੈ ਉਹ ਆਪਣੇ ਡਿਪਾਰਟਮੈਂਟ ਦੀ ਲਾਈਨ ਅਥਾਰਟੀ ਦੇ ਵਿੱਚ ਐਕਸਪਰਟ ਹੁੰਦਾ ਹੈ। ਠੀਕ ਹੈ, ਐਂਡ ਦੇ ਐਕਸਪਰਟ ਇੰਪਲਾਈਡ ਅਥਾਰਟੀ ਥਰੂ ਆਊਟ ਦਾ ਆਰਗੇਨਾਈਜੇਸ਼ਨ। ਔਰ ਉਹਨਾਂ ਦੀ ਜਿਹੜੀ ਹੈ ਇਹ ਵੀ ਪੂਰੀ ਆਰਗੇਨਾਈਜੇਸ਼ਨ ਦੀ ਅਥਾਰਟੀ ਵੀ ਇੰਪਲਾਈਡ ਹੁੰਦੀ ਹੈ। ਉਹਨਾਂ ਨੂੰ ਪਤਾ ਹੁੰਦਾ ਕਿ ਪੂਰੀ ਆਰਗੇਨਾਈਜੇਸ਼ਨ ਦੀ ਉਹਨਾਂ ਕੋਲ ਅਥਾਰਟੀ ਹੈਗੀ ਹੈ। ਠੀਕ ਹੈ, ਔਰ ਆਰਗੇਨਾਈਜੇਸ਼ਨ ਦੇ ਵਿੱਚ ਹਰ ਪਰਸਨ ਇਹ ਚਾਹੁੰਦਾ ਹੈ ਕਿ HR ਡਿਪਾਰਟਮੈਂਟ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਦਾ ਟੌਪ ਮੈਨੇਜਮੈਂਟ ਦੇ ਵੱਲੋਂ ਅਸੈਸ ਕੀਤਾ ਹੋਇਆ ਡਿਪਾਰਟਮੈਂਟ ਹੈ ਔਰ ਉਹਨਾਂ ਕੋਲ ਜੋ ਵੀ ਉਹਨਾਂ ਦੇ ਸੁਜੈਸ਼ਨਸ ਹੁੰਦੀਆਂ ਨੇ ਉਹ ਟੌਪ ਮੈਨੇਜਮੈਂਟ ਦੀਆਂ ਹੀ ਆਰਡਰਸ ਮੰਨੇ ਜਾਂਦੇ ਨੇ। ਠੀਕ ਹੈ, ਤਾਂ ਇਸ ਕਰਕੇ
अगर अपनी ऑर्गेनाइजेशन का साइज स्मॉल है, ठीक है, फिर तो अलग तो सैपरेट डिपार्टमेंट नहीं तैयार किया जाता। लेकिन अगर ऑर्गेनाइजेशन ग्रो करती है तो ਉਹਦੇ ਲਈ HR डिपार्टमेंट के फिर डिफरेंट फंक्शनस ਜਿਹੜੇ ਹੈ ਉਹ ਜ਼ਰੂਰੀ ਹੋ ਜਾਂਦੇ हैं। तो HR एक्सपर्ट ਜਿਹੜਾ ਹੈ ਉਹ ਲਾਈਨ ਮੈਨੇਜਰ ਦੇ ਤੌਰ ਤੇ ਵੀ ਕੰਮ ਕਰਦਾ ਹੈ। ਦੈਨ ਕੋਆਰਡੀਨੇਟਿਵ ਫੰਕਸ਼ਨ, ਸੈਕਿੰਡ ਫੰਕਸ਼ਨ ਉਹਨਾਂ ਦਾ ਆ ਜਾਂਦਾ ਹੈ ਕੋਆਰਡੀਨੇਟਿਵ। HR ਮੈਨੇਜਰ ਆਲਸੋ ਹੈਵ ਟੂ ਕੋਆਰਡੀਨੇਟ ਦ ਪਰਸਨਲ ਐਕਟੀਵਿਟੀਜ਼ ਆਫ ਦ ऑर्गेनाइजेशन। ਪਰਸਨਲ ਐਕਟੀਵਿਟੀਜ਼ मतलब जिन्ने भी ਇੰਪਲੋਈਜ਼ ਕੰਮ ਕਰਨ ਵਾਲੇ ਨੇ ਉਹਨਾਂ ਦੀ ਸਭ ਦੀ ਐਕਟੀਵਿਟੀਜ਼ ਨੂੰ ਕੋਆਰਡੀਨੇਟ ਕਰਨਾ, ਇਕੱਠਾ ਕਰਨਾ। मतलब ਉਹਨਾਂ ਨੂੰ ਇਸ ਤਰ੍ਹਾਂ ਇਹ ਵੀ ਕੰਮ ਕਰਨੇ ਪੈਂਦੇ ਨੇ ਕਿ ਜਿੰਨੇ ਵੀ ਆਰਗੇਨਾਈਜੇਸ਼ਨ ਦੀਆਂ ਸਭ ਪਾਲਿਸੀਜ਼ ਹੈ, ਪਲਾਨਸ ਹੈ, ਠੀਕ ਹੈ, ਜੋ ਰਿਕੁਆਇਰਮੈਂਟ ਹੈ, ਸਾਰੀਆਂ ਚੀਜ਼ਾਂ ਉਹਨਾਂ ਨੂੰ, ਪ੍ਰੋਸੀਜਰ ਹੈ, ਸਭ ਉਹ ਡਿਸਾਈਡ ਕਰਦੇ ਨੇ। ਠੀਕ ਹੈ, ਹਰ ਚੀਜ਼ ਬਾਰੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ। then third function is staff function। staff function ਦੇ ਵਿੱਚ ਕੀ ਹੈ ਕਿ a staff manager who assist or advise the line managers, ठीक है, और assisting or advising the line manager is the basis job of every manager। ਤਾਂ ਹੁਣ ਇਹਦੇ ਵਿੱਚ HR ਮੈਨੇਜਰ ਨੇ ਜਿਹੜੇ ਹੈਗਾ ਉਹ ਕਿਸ ਤਰੀਕੇ ਨਾਲ ਕੰਮ ਕਰ ਸਕਦਾ ਹੈ ਸਟਾਫ ਦੇ ਲਈ? ਉਹਨਾਂ ਨੂੰ ਹਾਇਰ ਕਰਨਾ, ਉਹਨਾਂ ਨੂੰ ਇਵੈਲੂਏਟ ਕਰਨਾ, ਟ੍ਰੇਨ ਕਰਨਾ, ਰਿਵਾਰਡ, ਕਾਉਂਸਲਿੰਗ, ਪ੍ਰਮੋਸ਼ਨਸ, ਟਰਮੀਨੇਟਿੰਗ, ਹਰ ਚੀਜ਼ ਕਿਹਦੇ ਹੱਥ ਵਿੱਚ ਹੁੰਦੀ ਹੈ? ਸਟਾਫਿੰਗ। मतलब ਇਹ ਜਿਹੜਾ ਹੈ HR डिपार्टमेंट ਦੇ ਹੀ ਫੰਕਸ਼ਨ ਹੁੰਦੇ ਨੇ। HR डिपार्टमेंट ਜਿਹੜਾ ਹੈ ਅਗਰ ਆਪਾਂ ਸੈਪਰੇਟ ਤਿਆਰ ਕਰਦੇ ਹਾਂ ਤਾਂ ਜਿਹੜਾ HR ਮੈਨੇਜਰ ਹੈ ਉਹਨੇ ਪੂਰੀ ਕੋਆਰਡੀਨੇਸ਼ਨ ਵੀ ਦੇਖਣੀ ਹੈ, ਉਹਨੇ ਪੂਰੀ ਸਟਾਫਿੰਗ ਦੇ ਲਈ ਵੀ ਕੰਮ ਕਰਨਾ ਹੈ, ਤੇ ਉਹਨੇ ਆਪਣਾ ਜਿਹੜਾ ਹੈ ਮੇਨ ਲਾਈਨ ਮੈਨੇਜਰ ਦੇ ਤੌਰ ਤੇ ਵੀ ਕੰਮ ਕਰਨਾ ਹੈ। ਠੀਕ ਹੈ, ਔਰ ਇਹਦੇ ਵਿੱਚ ਹੋ ਗਿਆ ਕਿੰਨੇ ਇੰਪਲੋਈਜ਼ ਦੇ ਲਈ ਉਹਨਾਂ ਦੀ ਸੇਫਟੀ ਲਾਜ਼ ਤਿਆਰ ਕਰਨਾ, ਉਹਨਾਂ ਦੇ ਨਾਲ ਅਗਰ ਕੋਈ ਪ੍ਰੋਬਲਮਸ ਆਉਂਦੀਆਂ ਉਹਨਾਂ ਨੂੰ ਫੇਸ ਕਰਨਾ। ਠੀਕ ਹੈ, ਉਹਨਾਂ ਲਈ ਅੱਛੇ ਐਟਮੋਸਫੇਅਰ ਨੂੰ ਤਿਆਰ ਕਰਨਾ। ਤਾਂ ਜੋ ਵੀ ਇੰਪਲੋਈਜ਼ ਦੀਆਂ ਬੇਸਿਕ ਨੀਡਸ ਨੇ ਉਹ ਸਭ ਦੇ ਵਿੱਚ ਧਿਆਨ, ਉਹਨਾਂ ਨੂੰ ਵੀ ਓਨਾ ਹੀ ਧਿਆਨ ਦੇ ਵਿੱਚ ਰੱਖਣਾ ਪੈਂਦਾ ਹੈ ਜਿੰਨਾ ਆਰਗੇਨਾਈਜੇਸ਼ਨਲ गोल्स ਨੂੰ। ठीक है, सो लार्ज स्केल यूनिट हैव अ डिपार्टमेंट हेड बाय द वैदर नेम ही कॉल्ड हैडिंग ऑफ HR डिपार्टमेंट। तक जी बहुत वड्डी स्केल ते ऑर्गेनाइजेशन है उन्होंने विच एक सैपरेट डिपार्टमेंट होंदा है जिहदे हैड नूं HR डिपार्टमेंट मैनेजर कहा जाता है। ठीक है, तो उहदे विच आपां बाकी एग्जीक्यूटिव्स उहदे अंडर अपॉइंट होंदे ने। तां इहदा की है मतलब चीफ एग्जीक्यूटिव है जो मेन ऑनर ऑफ द कंपनी या मेन जड़ा कंस्ट्रक्टर ऑफ द कंपनी। दैन प्रोडक्शन एग्जीक्यूटिव है ना, फाइनेंशियल एग्जीक्यूटिव, HRM एग्जीक्यूटिव, मार्केटिंग एग्जीक्यूटिव एंड R&D एग्जीक्यूटिव। दीज सी कि HRM एग्जीक्यूटिव भी अलग तो बनाया जाता है जिहड़ा पूरी ऑर्गेनाइजेशन के सारे स्टाफ नूं ਉਹਨਾਂ ਦੀ ਕੋਆਰਡੀਨੇਸ਼ਨ, ਦੈਨ ਉਹਨਾਂ ਦੇ ਜਿਹੜੇ ਹੈਗੇ ਆ ਪੂਰੇ ਰਿਲੇਸ਼ਨ ਨੂੰ ਕੰਸੀਡਰ ਕਰਦਾ ਹੈ। ਠੀਕ ਹੈ, ਸੈਕਿੰਡ ਬੇਸ ਜਿਹੜਾ ਸੀਗਾ ਕੰਪੋਜੀਸ਼ਨ ਆਫ HR ਡਿਪਾਰਟਮੈਂਟ। ਹੁਣ ਇਹ ਆਪਾਂ ਨੂੰ ਪਤਾ ਹੀ ਹੈ ਕਿ ਅਗਰ ਮੰਨ ਲਓ ਤੁਹਾਡੀ ਆਰਗੇਨਾਈਜੇਸ਼ਨ ਲਾਰਜ ਸਕੇਲ ਦੀ ਹੈ, ਸਾਈਜ਼ ਆਫ ਦਾ ਆਰਗੇਨਾਈਜੇਸ਼ਨ ਸਕੇਲ, ਇਟਸ ਆਪਰੇਸ਼ਨ ਐਂਡ ਐਟੀਟਿਊਡ ਆਫ ਦਾ ਟੂਵਰਡ ਦ ਇੰਪਲੋਈਜ਼। ठीक है, तो ये भी आप एक कंपोजिशन तैयार करते हैं, वो की होंगे ने, कौन कौन परसनस अपॉइंट किए जाते हैं, उन्होंने स्ट्रक्चर की होंगे। पहला HRM एग्जीक्यूटिव के अंडर की आऊगा? HR मैनेजर, एडमिनिस्ट्रेशन मैनेजर, HRD मैनेजर और इंडस्ट्रीयल रिलेशन मैनेजर। ठीक है, इस 4 अगे फर्दर आ जाते हैं। उन्होंने अगे सब पार्ट्स की आते हैं। HR मैनेजर ने की काम करने होंगे है? प्लैनिंग, रिक्रूटमेंट एंड सिलैक्शन, कॉम्पनसेशंस। ठीक है, और जड़ा एडमिनिस्ट्रेशन मैनेजर है उन्हें पब्लिक रिलेशन सैट करने हैं, कैंटीन फैसिलिटीज़, मेडिकल फैसिलिटीज़, एम्प्लॉई वेलफेयर, ट्रांसपोर्ट फैसिलिटीज़। और जो HRD मैनेजर है परफॉर्मेंस अप्रेजल, दैन ट्रेनिंग एंड डेवलपमेंट। तो मतलब हर काम अलग अलग पर्सन डिवाइड किया गया, पूरा एक डिपार्टमेंट है जिन्हों की अपनी एक ड्यूटीज़ ने। ठीक है, दैन इंडस्ट्रीयल रिलेशन के विच ग्रैवेजेस हैंडलिंग, मतलब अगर कोई प्रॉब्लम आती है उन्होंने हैंडल करना, और कोई भी डिस्प्यूट, लड़ाई झगड़ा हैगा उन्होंने हैंडल करना। दिस इज़ द कंपोजिशन ऑफ HR डिपार्टमेंट इन द लार्ज स्केल ऑर्गेनाइजेशन। ठीक है बेटा, ये बेसिकली तुहानूं ये जिहड़ा टॉपिक सीगा कि HR जिहड़ा डिपार्टमेंट है उहदा ऑर्गेनाइजेशन स्ट्रक्चर की हो सकता है, तो 2 बेसिस ते आपां कीता है, अगर स्मॉल स्केल है या लार्ज स्केल है। ठीक है, स्मॉल स्केल के उत्ते आपां नूं कोई सैपरेट डिपार्टमेंट की लोड़ नहीं हुंदी, लेकिन अगर आपां लार्ज स्केल करते हैं तो एक कंपोजिशन अपनी रिक्वायर्ड हुंदी है। ठीक है, ये सी तुहाडा नेक्स्ट टॉपिक, और उस तो अगले टॉपिक लिए मैं तुहानूं नेक्स्ट वीडियो सेंड करूँगी, दैट इज़ द HRM एनवायरमेंट। ठीक है बेटा, उन्नी देर तक तुसीं इहनूं ध्यान नाल सुनो। टेक केयर।